ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਮਹਿਲਾ ਪਹਿਲਾ। ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸਮਾਨੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਕਿਤੇ ਤੇਰੇ ਵਾਮਨ ਹਾਰੇ ਕਿਤੇ ਤੇਰੇ ਰਾਗ ਪਰਿਚੋਂ ਕਈਆਂ। ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੋ ਪਉਣ ਪਾਣੀ ਬੈਸੰਤਰ। ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੋ ਚਿਤ ਗੁਪਤ ਲਿਖ ਜਾਣ। ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੋ ਈਸ਼ਰ ਬਰਮਾ ਦੇਵੀ। ਸੋਹਣ ਤੇਰੇ ਸਦਾ ਸੁਹਾਰੇ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ। ਦੇਵਤਿਆਂ ਧਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਿਤ ਪੜ੍ਹੇ ਲਖੀਸੁਰ। ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੋਹਣੀਆ ਮਨਮੋਹਨ। ਸੁਰਗ ਮਛ ਪਿਆਲੇ ਗਾਵਨ ਤੁਧ ਨੂੰ ਰਤਨ ਉਪਾਏ ਤੇਰੇ। ਜੇਤੇ 68 ਤੀਰਥ ਨਾਲੇ ਗਾਵਨ ਤੁਧ ਨੂੰ ਜੋਧ ਮਹਾਂਬਰ ਸੂਰਾ। ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ। ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ। ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ। ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਜਿਨ ਸੀ। ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ। ਜਿਉ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ। ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ। ਨਾਨਕ ਰਹਿਣ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਹੁਣ ਤੀਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ ਦੀ ਤਰਤੀਬ ਵਿੱਚ ਜਪਜੀ ਸਾਹਿਬ ਅਤੇ 9 ਸ਼ਬਦ ਰਹਿਰਾਸ ਸਾਹਿਬ ਦੇ ਬਾਅਦ ਸ੍ਰੀ ਰਾਗ, ਮਾਝ ਰਾਗ ਅਤੇ ਗੌੜੀ ਰਾਗ ਦੀ ਵਿਚਾਰ ਸੰਪੂਰਨ ਹੋਈ। ਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸੰਗਤਾਂ ਨੇ ਬੜਾ ਪਿਆਰ ਭਰਿਆ ਹੁੰਗਾਰਾ ਵੀ ਦਿੱਤਾ ਹੈ ਔਰ ਚੜ੍ਹਦੀ ਕਲਾ ਟਾਈਮ TV ਦੇ ਇਸ ਕੀਤੇ ਹੋਏ ਉਦਮ ਦੀ ਸ਼ਲਾਘਾ ਵੀ ਕੀਤੀ ਹੈ। ਇਸੇ ਲਈ ਚੜ੍ਹਦੀ ਕਲਾ ਚੈਨਲ ਵਾਲੇ ਗੁਰਮੁਖਾਂ ਦਾ ਉਤਸ਼ਾਹ ਵਧਿਆ ਅਤੇ ਇਸ ਕਾਰਜ ਨੂੰ ਅੱਗੇ ਤੋਰਨ ਦਾ ਯਤਨ ਕੀਤਾ ਜਾ ਰਿਹਾ। ਅੱਜ ਅਸੀਂ ਆਸਾ ਰਾਗ ਦੀ ਆਰੰਭਤਾ ਕਰ ਰਹੇ ਹਾਂ। ਜਿਸ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ
ਇਹ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3 ਵਾਰੀ ਆਉਂਦੀ ਹੈ। ਇੱਕ ਵਾਰੀ ਜਪਜੀ ਸਾਹਿਬ ਵਿੱਚ, ਇੱਕ ਵਾਰੀ ਰਹਿਰਾਸ ਵਿੱਚ ਅਤੇ ਇੱਕ ਵਾਰੀ ਆਸਾ ਰਾਗ ਦੀ ਆਰੰਭਤਾ ਸਮੇਂ। ਕਈ ਪ੍ਰੇਮੀ ਪੁੱਛ ਲੈਂਦੇ ਹਨ, ਸਵਾਲ ਕਰਦੇ ਹਨ, ਤੇ ਆਪਣੇ ਮਨ ਵਿੱਚ ਵੀ ਕਈ ਵਾਰੀ ਇਹ ਪ੍ਰਸ਼ਨ ਉੱਠਦਾ ਹੈ ਕਿ ਬਾਣੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ, ਪਰ ਇਹ 3 ਵਾਰੀ ਕਿਉਂ ਆਈ? ਕਾਰਨ ਤੇ ਮਹਾਰਾਜ ਸਮਝਦੇ ਨੇ, ਪਰ ਵਿਚਾਰ ਕਰਦਿਆਂ ਇਹ ਸਮਝ ਆਈ ਹੈ ਕਿ ਅਸੀਂ ਕਈ ਵਾਰੀ ਮੂੰਹ ਜ਼ਬਾਨੀ ਜਦੋਂ ਪਾਠ ਕਰਦੇ ਹਾਂ ਤਾਂ ਸਾਡਾ ਧਿਆਨ ਉਤਨਾ ਇਕਾਗਰ ਨਹੀਂ ਹੁੰਦਾ। ਭਾਵੇਂ ਗੁਰੂ ਕਾ ਹੁਕਮ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਕਈ ਵਾਰ ਰਹਿਰਾਸ ਵਿੱਚ ਪਹੁੰਚ ਜਾਂਦੇ। ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਬੇਧਿਆਨੀ ਦੇ ਕਾਰਨ ਜਪਜੀ ਸਾਹਿਬ ਵਿੱਚ ਵੀ ਪਹੁੰਚ ਜਾਂਦੇ। ਪਰ ਗੁਰੂ ਮਹਾਰਾਜ ਨੇ ਇਹ ਪੌੜੀ 3 ਵਾਰੀ ਲਿਖੀ ਔਰ ਇਸ ਦੇ ਪਾਠ ਵਿੱਚ ਕੁਝ ਅੰਤਰ ਵੀ ਪਾਏ ਹਨ। ਮੈਂ ਕਈ ਵਾਰ ਗਿਣਤੀ ਦਾ ਯਤਨ ਕੀਤਾ ਹੈ, ਪਰ ਕਈ ਵਾਰ ਭੁੱਲ ਹੋ ਜਾਂਦੀ ਹੈ। ਇਸ ਲਈ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ 3 ਵਿੱਚ ਹੀ ਅੰਤਰ ਹਨ। ਅਰਥਾਂ ਵਿੱਚ ਕੋਈ ਬਹੁਤਾ ਅੰਤਰ ਨਹੀਂ, ਪਰ ਮਹਾਰਾਜ ਨੇ ਕਿਧਰੇ ਤੋਨੋਂ ਲਿਖਿਆ, ਕਿਧਰੇ ਤੁਧਨੋਂ ਲਿਖਿਆ। ਅਰਥ ਇੱਕੋ ਹੀ ਹਨ। ਤੁਧਨੂੰ ਦਾ ਭਾਵ ਵੀ ਉਹੋ ਹੀ, ਤੋਨੂੰ ਦਾ ਵੀ ਉਹੋ ਹੀ। ਇਸੇ ਤਰ੍ਹਾਂ ਹੋਰ ਵੀ ਕਿਤਨੇ ਹੀ ਅੰਤਰ ਹਨ। ਜੋ ਦਾਸ ਦੀ ਸਮਝ ਵਿੱਚ ਆਇਆ ਉਹ ਇਹ ਹੈ ਕਿ ਗੁਰੂ ਪਾਤਸ਼ਾਹ ਚਾਹੁੰਦੇ ਹਨ ਕਿ ਜਦੋਂ ਤੁਸੀਂ ਬਾਣੀ ਦਾ ਪਾਠ ਕਰੋ, ਸਾਵਧਾਨ ਹੋ ਕੇ ਕਰੋ, ਇਕਾਗਰ ਚਿੱਤ ਹੋ ਕੇ ਕਰੋ ਅਤੇ ਸ਼ੁੱਧ ਉਚਾਰਨ ਦੇ ਨਾਲ ਸਾਨੂੰ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇ। ਤਾਂ ਮੈਂ ਇਸ ਤੋਂ ਵਧੇਰੇ ਇਸ ਦੀ ਵਿਆਖਿਆ 'ਚ ਨਹੀਂ ਗੱਲ ਕਰਦਾ। ਆਓ ਇਹਦੇ ਆਖਰੀ ਅਰਥ ਕਰੀਏ, ਕਿਉਂਕਿ ਰਾਗ ਦੀ ਆਰੰਭਤਾ ਹੋ ਰਹੀ ਹੈ। ਸਾਡੇ ਕਈ ਭੁਲੇਖਿਆਂ ਦਾ ਜਵਾਬ ਵੀ ਮਿਲਦਾ। ਹੁਣ ਦੇਖੋ, ਗੁਰਪ੍ਰਸਾਦ ਤੱਕ, ਕਿਉਂਕਿ ਅੱਜ ਤੱਕ ਪੰਥ ਵਿੱਚ ਇੱਕ ਮਤਭੇਦ ਚਲਾ ਆ ਰਿਹਾ। ਦੋਵੇਂ ਧਾਰਨਾ ਪ੍ਰਚਲਿਤ ਹਨ। ਕੁਝ ਕਹਿੰਦੇ ਹਨ ਮੂਲ ਮੰਤਰ ਹੋਸੀ ਵੀ ਸੱਚ ਤੱਕ ਹੈ, ਪਰ ਬਹੁਤਿਆਂ ਦੀ ਰਾਏ ਹੈ ਕਿ ਗੁਰਪ੍ਰਸਾਦ ਤੱਕ, ਕਿਉਂਕਿ ਹਰ ਰਾਗ ਦੀ ਆਰੰਭਤਾ ਵਿੱਚ ਮਹਾਰਾਜ ਨੇ ਇਸ ਨੂੰ ਮੁੱਖ ਸਥਾਨ ਦਿੱਤਾ ਹੈ। ਤੋ ਇਹਦੇ ਅਰਥ ਵੀ ਬਾਰ-ਬਾਰ ਕੀਤੇ ਜਾ ਰਹੇ ਨੇ। ਫਿਰ ਦੁਬਾਰਾ ਦੁਹਰਾਉਂਦੇ ਹਾਂ, ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਔਰ ਜਿਹੜੀ ਉੱਪਰਲੀ ਕਾਰ ਹੈ ਉਹਦਾ ਮਤਲਬ ਉਹ ਸਰਵ ਵਿਆਪਕ ਹੈ। ਸੱਤ ਗੁਰਬਾਣੀ ਵਿੱਚ 7 ਰੂਪਾਂ ਵਿੱਚ ਆਉਂਦਾ। ਇੱਕ ਤੱਤੇ ਨੂੰ ਸਿਆਰੀ ਨਾਲ, ਇੱਕ ਤੱਤੇ ਨੂੰ ਔਂਕੜ ਨਾਲ, ਇੱਕ ਤੱਤਾ ਮੁਕਤਾ। ਤੋ ਇਹਨਾਂ 3 ਦੇ ਅਰਥ ਵੱਖ-ਵੱਖ ਨੇ, ਉਚਾਰਨ ਇੱਕੋ ਹੀ ਹੈ। ਇੱਥੇ ਸੱਤ ਦਾ ਮਤਲਬ ਹੈ ਜੋ ਸਦਾ ਹੀ ਹੋਂਦ ਵਾਲਾ, ਹਸਤੀ ਵਾਲਾ, ਕਾਇਮ ਰਹਿਣ ਵਾਲਾ। ਪਰ ਜੇ ਸੱਤ ਦੇ ਤੱਤੇ ਨੂੰ ਔਂਕੜ ਹੋਵੇ ਤੇ ਉਹਦਾ ਅਰਥ ਹੈ ਦਾਨ, ਆਚਰਨ, ਕਰੈਕਟਰ। ਤੇ ਜੇ ਸੱਤ ਤੱਤਾ ਮੁਕਤਾ ਹੋਵੇ ਉਹ ਗਿਣਤੀ ਦੇ 7 ਵਾਸਤੇ ਆਉਂਦਾ। ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਜੋ ਇੱਕ ਹੈ, ਅਦੁੱਤੀ ਹੈ, ਬ੍ਰਹਮ ਸਰੂਪ ਹੈ, ਔਰ ਉਹ ਸਰਵ ਸ਼ਕਤੀਵਾਨ ਤੇ ਸਰਵ ਵਿਆਪਕ ਹੈ। ਉਹ ਸਦਾ ਸਤ ਹੈ, ਨਾਮ ਰੂਪ ਹੈ, ਕਰਤਾ ਪੁਰਖ ਹੈ, ਸਾਰੇ ਸੰਸਾਰ ਦਾ ਕਰਤਾ ਹੈ, ਪਰ ਆਪਣੀ ਰਚਨਾ ਦੇ ਵਿੱਚ ਸਮਾਇਆ ਹੋਇਆ। ਨਿਰਭਉ ਹੈ, ਸਭ ਤੋਂ ਵੱਡਾ ਹੈ, ਉਹਨੂੰ ਕਿਸੇ ਦਾ ਭਉ ਡਰ ਨਹੀਂ। ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਉਹਦੀ ਹਸਤੀ ਕਾਲ ਦੀ ਪਕੜ ਤੋਂ ਰਹਿਤ ਹੈ। ਅਜੂਨੀ, ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਸੈਭੰਗ, ਸੁਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ, ਇਹਦੇ ਵੀ ਅਰਥ ਵਿਦਵਾਨਾਂ ਨੇ 2 ਕੀਤੇ ਨੇ। ਗੁਰ ਕਹੀਏ ਬਹੁਤ ਵੱਡਾ, ਪ੍ਰਸਾਦ ਕਹੀਏ ਕਿਰਪਾ ਰੂਪ, ਤਥਾ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਰਾਗ ਆਸਾ, ਮਹਿਲਾ ਪਹਿਲਾ, ਘਰ ਪਹਿਲਾ, ਸੋਦਰ। ਇਹਨੂੰ 3 ਹਿੱਸਿਆਂ ਵਿੱਚ ਪੜ੍ਹਨਾ ਹੈ। ਰਾਗ ਆਸਾ ਰਾਗ ਦਾ ਨਾਮ ਹੈ। ਮਹਿਲਾ ਪਹਿਲਾ
ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਇਨ ਕਰਨਾ। ਔਰ ਬਾਣੀ ਦਾ ਸਿਰਲੇਖ ਸੋ ਦਰ ਹੈ। ਉਹ ਘਰ, ਉਹ ਦਰਬਾਰ ਪਰਮਾਤਮਾ ਦਾ ਕੈਸਾ। ਇੱਥੋਂ ਗੱਲ ਆਰੰਭ ਹੋ ਗਈ। ਸੋ ਦਰ ਤੇਰਾ ਕਿਹਾ, ਹੇ ਵਾਹਿਗੁਰੂ ਤੇਰਾ ਦਰ ਕਿਹੋ ਜਿਹਾ। ਸੋ ਘਰ ਕਿਹਾ, ਉਹ ਘਰ ਕਿਹੋ ਜਿਹਾ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਭ ਜੀਆਂ ਦੀ ਸੰਭਾਲ ਕਰਦਾ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਤੇਰੇ ਦਰ ਤੇ ਅਨੇਕਾਂ ਹੀ ਵਾਜੇ, ਅਸੰਖਾਂ ਹੀ ਵਾਜੇ ਵੱਜ ਰਹੇ। ਔਰ ਕੀਤੇ ਤੇਰੇ ਵਾਵਣ ਹਾਰੇ, ਕਿਤਨੇ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵਜੰਤਰੀ ਹਨ। ਕੀਤੇ ਤੇਰੇ ਰਾਗ ਪਰੀ ਸਿਉ ਕਈ ਹੈ, ਕਿਤਨੇ ਹੀ ਰਾਗ ਹਨ, ਪਰੀ ਰਾਗਣੀਆਂ ਹਨ, ਕਈਆਂ ਕਹੇ ਜਾਂਦੇ ਹਨ। ਕੀਤੇ ਤੇਰੇ ਗਾਵਣ ਹਾਰੇ, ਕਿਤਨੇ ਹੀ ਉਹਨਾਂ ਰਾਗ ਤੇ ਰਾਗਣੀਆਂ ਨੂੰ ਗਾਉਣ ਵਾਲੇ ਰਾਗੀ ਹਨ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਗਾਉਂਦੇ ਹਨ ਤੁਧ ਨੂੰ ਤੈਨੂੰ, ਪੌਣ ਹਵਾ, ਪਾਣੀ ਪਾਣੀ, ਬੈਸੰਤਰ ਅੱਗ। ਦੇਖੋ, ਜਿੱਥੇ ਇੱਕ ਦੀ ਗੱਲ ਹੋਵੇਗੀ ਉੱਥੇ ਗਾਵੈ ਹੈ, ਜਿੱਥੇ ਬਹੁਤਿਆਂ ਦੀ ਗੱਲ ਹੈ ਉੱਥੇ ਗਾਵਨ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਰ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਕਿ ਅਸੀਂ ਗਾਵੇ ਹੀ ਗਾਵੇ ਪੜ੍ਹੀ ਜਾਂਦੇ। ਨਹੀਂ, ਇੱਥੇ ਤਾਂ ਖੈਰ ਸਪਸ਼ਟ ਗਾਵਨ ਲਿਖਿਆ। ਤੋ ਗਾਵੇ ਰਾਜਾ ਧਰਮ ਦੁਆਰੇ, ਇੱਥੇ ਇੱਕ ਰਾਜਾ ਧਰਮ ਦੀ ਗੱਲ ਹੈ, ਇਹਦਾ ਉਚਾਰਨ ਹੈ ਗਾਵੈ। ਜਿੱਥੇ ਬਹੁਤੇ ਹਨ ਉੱਥੇ ਗਾਵਨ। ਧਰਮ ਰਾਜਾ ਵੀ ਤੇਰੇ ਦਰਵਾਜ਼ੇ ਤੇ ਗਾਉਂਦਾ ਹੈ। ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਾ। ਖਿਆਲ ਹੈ ਗੁਰਬਾਣੀ ਵਿੱਚ ਇਸ ਬਹਿਸ 'ਚ ਨਹੀਂ ਮਾਰਾ ਜਾਂਦਾ ਵੀ ਇਹ ਹੈਨ ਕਿ ਨਹੀਂ। ਪ੍ਰਚਲਿਤ ਹੈ ਕਿ ਚਿੱਤਰ ਅਤੇ ਗੁਪਤ ਦੋ ਐਸੇ ਦੂਤ ਹਨ, ਐਸੇ ਲਖਾਰੀ ਹਨ ਜੋ ਹਰ ਬੰਦੇ ਦੇ ਸੱਜੇ ਖੱਬੇ ਮੋਢੇ ਤੇ ਬੈਠੇ ਨੇ। ਜਿਹੜੇ ਕੰਮ ਇਹ ਪ੍ਰੈਕਟੀਕਲੀ ਕਰਦਾ ਹੈ ਉਹ ਵੀ ਨੋਟ ਕਰਦਾ ਚਿੱਤਰ। ਜਿਹੜੇ ਆਪਣੇ ਅੰਦਰ ਸੋਚਦਾ ਉਹ ਕਰਦਾ ਗੁਪਤ। ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣ, ਜਿਨ੍ਹਾਂ ਨੂੰ ਜੀਵਾਂ ਦੇ ਕੀਤੇ ਕਰਮਾਂ ਦਾ ਲਿਖਣਾ ਆਉਂਦਾ ਹੈ। ਲਿਖ ਲਿਖ ਧਰਮ ਵਿਚਾਰੇ, ਉਹਨਾਂ ਦੇ ਲਿਖੇ ਹੋਏ ਨੂੰ ਫਿਰ ਧਰਮ ਰਾਜਾ ਵਿਚਾਰਦਾ ਹੈ, ਉਹਨਾਂ ਤੇ ਨਜ਼ਰਸਾਨੀ ਕਰਦਾ ਹੈ, ਵਿਚਾਰ ਕਰਦਾ ਹੈ, ਨਿਰਣਾ ਕਰਦਾ। ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ, ਹੇ ਵਾਹਿਗੁਰੂ ਤੈਨੂੰ ਗਾਉਂਦੇ ਹਨ ਸ਼ਿਵ ਜੀ, ਬ੍ਰਹਮਾ ਅਤੇ ਦੇਵੀਆਂ। ਸੋਹਣ ਤੇਰੇ ਸਦਾ ਸਵਾਰੇ, ਜਿਹੜੇ ਤੇਰੇ ਬਣਾਏ ਹੋਏ ਤੇਰੇ ਦਰ ਤੇ ਸੋਹਣ ਸ਼ੋਭਦੇ ਹਨ। ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਇਹਦਾ ਮਤਲਬ ਕਈ ਇੰਦਰ ਹਨ ਜਿਹੜੇ ਇੰਦਰਾਸਨ, ਇੰਦਰ ਦੇ ਤਖਤ ਤੇ ਬੈਠੇ ਹੋਏ ਤੁਹਾਨੂੰ ਗਾ ਰਹੇ ਨੇ। ਦੇਵਤਿਆਂ ਦਰ ਨਾਲੇ, ਕਿਉਂਕਿ ਇੰਦਰ ਨੂੰ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ। ਤੋ ਜਿੱਥੇ ਵੀ ਰਾਜਾ ਹੋਵੇਗਾ ਉਹਦੇ ਜਿਤਨੇ ਵੀ ਅਹਿਲਕਾਰ, ਉਸ ਨੂੰ ਮੰਨਣ ਵਾਲੇ, ਉਹ ਵੀ ਨਾਲ ਹੀ ਹਨ। ਤੋ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਸਿੱਧ ਦੇ ਅਖਰੀ ਅਰਥ ਵਿਦਵਾਨਾਂ ਨੇ ਕੀਤੇ ਹਨ, ਜੋ ਪੁੱਗੇ ਹੋਏ ਹਨ, ਜਿਨ੍ਹਾਂ ਨੇ ਕੋਈ ਸਿੱਧੀ ਪ੍ਰਾਪਤ ਕਰ ਲਈ, ਉਹ ਵੀ ਤੁਹਾਨੂੰ ਗਾ ਰਹੇ ਹਨ। ਸਮਾਧੀ ਅੰਦਰ ਸਮਾਧੀ ਲਾ ਕਰਕੇ, ਸਮਾਧੀ ਵਿੱਚ ਜੁੜ ਕਰਕੇ ਉਹ ਵੀ ਤੁਹਾਡੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਧ ਨੂੰ ਸਾਧ ਵਿਚਾਰੇ। ਸਾਧਨਾ ਕਰਨ ਵਾਲੇ, ਭਗਤੀ ਕਰਨ ਵਾਲੇ ਵੀ ਤੁਹਾਡੇ ਗੁਣਾਂ ਦੀ ਵਿਚਾਰ ਕਰਕੇ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਜਤੀ ਦਾ ਮਤਲਬ ਹੈ ਜਤ ਧਾਰਨ ਕਰਨ ਵਾਲੇ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲਿਆ, ਉਹ ਜਤੀ ਹਨ। ਸਤੀ ਤੋਂ ਮਤਲਬ ਸੱਚ ਬੋਲਣ ਵਾਲੇ ਵੀ ਤਥਾ ਦਾਨ ਕਰਨ ਵਾਲੇ ਵੀ।
ਔਰ ਸੰਤੋਖੀ ਜਿਨ੍ਹਾਂ ਨੇ ਸੰਤੋਖ ਧਾਰਨ ਕੀਤਾ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸੰਤੋਖ ਧਾਰਨ ਕੀਤੇ ਤੋਂ ਬਿਨਾਂ ਕੋਈ ਦਾਨੀ ਨਹੀਂ ਹੋ ਸਕਦਾ। ਜਿਹੜੇ ਆਪ ਭੁੱਖ ਦੇ ਮਾਰੇ ਨੇ ਉਹ ਕਿਸੇ ਨੂੰ ਨਹੀਂ ਦੇ ਸਕਦੇ। ਬਾਣੀ 'ਚ ਲਿਖਿਆ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਆਪ ਸੰਜਮ ਕਰਦੇ ਨੇ ਤੇ ਲੋੜਵੰਦਾਂ ਨੂੰ ਦਾਨ ਕਰਦੇ ਨੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਕਰਾਰੇ ਤੋਂ ਭਾਵ ਹੈ ਲੜਾਕੇ, ਜਿਹੜੇ ਮੈਦਾਨੇ ਜੰਗ ਵਿੱਚ ਜੂਝਦੇ ਹਨ, ਜਿਹੜੇ ਦੁਸ਼ਮਣਾਂ ਨਾਲ ਟੱਕਰ ਲੈਂਦੇ ਹਨ, ਉਹ ਵੀ ਤੁਹਾਨੂੰ ਗਾ ਰਹੇ ਹਨ। ਗਾਵਨ ਤੁਧਨੋ ਪੰਡਿਤ ਪੜ੍ਹੇ ਰਖੀਸੁਰ, ਬੜੇ ਬੜੇ ਵਿਦਵਾਨ ਪੰਡਿਤ ਜਿਹੜੇ ਪੜ੍ਹੇ ਹੋਏ ਹਨ, ਔਰ ਬੜੇ ਬੜੇ ਰਿਖੀ ਤੇ ਰਿਖੀਆਂ ਦੇ ਸ਼੍ਰੋਮਣੀ ਰਖੀਸੁਰ, ਉਹ ਵੀ ਤੁਹਾਨੂੰ ਗਾ ਰਹੇ ਹਨ। ਜੁਗ ਜੁਗ ਵੇਦਾਂ ਨਾਲੇ, ਹਰ ਯੁੱਗ ਦੇ ਅੰਦਰ, ਕਿਉਂਕਿ 4 ਵੇਦ ਕਹੇ ਜਾਂਦੇ ਨੇ ਔਰ ਉਹਨਾਂ ਵੇਦਾਂ ਦੀ ਵੰਡ ਕਰਦੇ ਕਿਹਾ ਜਾਂਦਾ ਫਲਾਣੇ ਯੁੱਗ ਦਾ ਇਹ ਹੈ, ਫਲਾਣੇ ਦਾ ਇਹ ਹੈ। ਮਹਾਰਾਜ ਕਹਿੰਦੇ ਨੇ ਹਰ ਯੁੱਗ ਦੇ ਅੰਦਰ ਵੇਦ ਮੰਤਰਾਂ ਦੁਆਰਾ ਵੀ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਉਹ ਖੂਬਸੂਰਤ ਇਸਤਰੀਆਂ ਜਿਨ੍ਹਾਂ ਨੂੰ ਅਪਛਰਾ ਵੀ ਕਿਹਾ ਜਾਂਦਾ, ਜਿਨ੍ਹਾਂ ਦੀ ਖੂਬਸੂਰਤੀ ਦੂਜਿਆਂ ਦੇ ਮਨ ਨੂੰ ਮੋਹ ਲੈਣ ਵਾਲੀ, ਉਹ ਵੀ ਤੁਹਾਨੂੰ ਗਾ ਰਹੇ ਨੇ। ਸੁਰਗ ਮੱਛ ਪਿਆਲੇ, ਸੁਰਗ ਲੋਕ, ਮਾਤ ਲੋਕ ਤੇ ਪਤਾਲ ਲੋਕ। ਇਹਨੂੰ ਕਈ ਪ੍ਰੇਮੀ ਪਿਆਲੇ ਪੜ੍ਹ ਦਿੰਦੇ ਨੇ, ਨਹੀਂ, ਇਸ ਦਾ ਉਚਾਰਨ ਪਿਆਲੇ ਕਰਨਾ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮੱਛ ਪਿਆਲੇ, ਭਾਵ ਸੁਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਨੇ ਸਾਰੇ ਜੀਵ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਜੇਤੇ 68 ਤੀਰਥ ਨਾਲੇ, ਉਹ ਵੀ ਗਾਉਂਦੇ ਹਨ ਜੋ ਤੁਹਾਡੇ ਪੈਦਾ ਕੀਤੇ ਹੋਏ ਰਤਨ ਹਨ। ਕਈ ਕਹਾਣੀਆਂ ਹਨ ਕਿ ਜੀ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੇਰ ਪਰਬਤ ਦਾ ਮਧਾਣਾ ਬਣਾ ਕੇ, ਬਾਸ਼ਕ ਨਾਗ ਦਾ ਨੇਤਰਾ ਬਣਾ ਕੇ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ ਰਤਨ ਨਿਕਲੇ। ਗੱਲ ਕੀ ਮਹਾਰਾਜ ਕਹਿੰਦੇ ਨੇ, ਉਹ ਵੀ ਤੁਹਾਡੀ ਸਿਫਤ ਸਲਾਹ ਕਰ ਰਹੇ। ਔਰ ਜਿਤਨੇ 68 ਤੀਰਥ ਨਾਲੇ, 60 ਦੇ ਠੱਠੇ ਨੂੰ ਸਿਆਰੀ ਹੈ, 60 ਵਿੱਚ 8 ਜਮ੍ਹਾਂ ਕਰੋ, 68 ਬਣ। 68 ਤੀਰਥ ਵੀ ਨਾਲ ਹੀ ਗਾ ਰਹੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਬੜੇ ਬੜੇ ਯੋਧੇ ਮਹਾਬਲੀ ਤੇ ਸੂਰਮੇ ਵੀ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਖਾਣੀ ਚਾਰੇ, ਇਹ ਸਾਰੀ ਸ੍ਰਿਸ਼ਟੀ ਦੀ ਰਚਨਾ 4 ਖਾਣੀਆਂ ਵਿੱਚ ਕਹੀ ਜਾਂਦੀ। ਅੰਡਜ, ਅੰਡੇ ਤੋਂ ਜਨਮ ਲੈਣ ਵਾਲੇ, ਜੇਰਜ, ਜੇਰ ਤੋਂ ਜਨਮ ਲੈਣ ਵਾਲੇ, ਸੇਤਜ, ਪਸੀਨੇ ਤੋਂ ਜਨਮ ਲੈਣ ਵਾਲੇ, ਉਤਪੋ ਜਿਤਨੀ ਬਨਸਪਤੀ ਬ੍ਰਿਛ ਬੂਟੇ ਹਨ, ਇਹ ਸਾਰੀ ਸ੍ਰਿਸ਼ਟੀ ਤੁਹਾਨੂੰ ਗਾ ਰਹੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਸਾਰੀ ਸ੍ਰਿਸ਼ਟੀ ਨੂੰ ਬ੍ਰਹਮੰਡ ਕਿਹਾ ਜਾਂਦਾ। ਉਹਦੇ ਅੱਗੋਂ ਕਈ ਮੰਡਲ ਹਨ, ਕਈ ਖੰਡ ਹਨ, ਭਾਵ ਸਾਰੇ ਹੀ ਤੁਹਾਨੂੰ ਗਾ ਰਹੇ ਨੇ। ਕਰ ਕਰ ਰੱਖੇ ਤੇਰੇ ਧਾਰੇ, ਜੋ ਬਣਾ ਬਣਾ ਕੇ ਤੁਹਾਡੇ ਟਿਕਾਏ ਹੋਏ ਹਨ, ਜਿਨ੍ਹਾਂ ਨੂੰ ਤੁਸੀਂ ਆਸਰਾ ਦਿੱਤਾ ਹੋਇਆ। ਫਿਰ ਇੰਨਾ ਕੁਝ ਕਹਿ ਕੇ ਮਹਾਰਾਜ ਕਹਿੰਦੇ ਨੇ, ਸੇਈ ਤੁਧਨੋ ਗਾਵਨ, ਉਹੀ ਤੁਹਾਨੂੰ ਗਾਉਂਦੇ ਹਨ ਜੋ ਤੁਧ ਭਾਵਨ, ਜਿਨ੍ਹਾਂ ਉੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੈ। ਰਤੇ ਤੇਰੇ ਭਗਤ ਰਸਾਲੇ, ਉਹ ਭਗਤ ਜਿਹੜੇ ਤੁਹਾਡੇ ਰੰਗ ਵਿੱਚ ਰਤੇ ਹੋਏ ਨੇ, ਰਸਾਲੇ ਰਸ ਨਾਲ ਭਰਪੂਰ ਹਨ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਇਹ ਪਾਤਸ਼ਾਹ ਉਸ ਅਕਾਲ ਪੁਰਖ ਦੀ ਬੇਅੰਤਤਾ ਨੂੰ ਵਰਣਨ ਕਰਦੇ। ਇੰਨੇ ਕੁਝ ਕਹਿ ਕੇ ਵੀ ਫਿਰ ਫਰਮਾਉਂਦੇ ਨੇ, ਹੋਰ ਕੇਤੇ ਤੁਧਨੋ ਗਾਵਨ,
ਇੱਥੇ ਹੀ ਬਸ ਨਹੀਂ। ਹੋਰ ਵੀ ਕਿਤਨੇ ਹਨ ਜੋ ਤੁਹਾਨੂੰ ਗਾ ਰਹੇ ਨੇ, ਪਰ ਸੇ ਮੈਂ ਚਿਤ ਨ ਆਵਨ, ਉਹ ਮੇਰੇ ਚੇਤੇ ਵਿੱਚ ਨਹੀਂ, ਉਹ ਮੇਰੀ ਯਾਦ ਵਿੱਚ ਨਹੀਂ, ਉਹਨਾਂ ਦੀ ਮੈਂ ਗਿਣਤੀ ਨਹੀਂ ਕਰ ਸਕਦਾ। ਨਾਨਕ ਕਿਆ ਵਿਚਾਰੇ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਇਹ ਨਾਨਕ ਕੀ ਵਿਚਾਰ ਕਰ ਸਕਦਾ? ਇੱਥੇ ਨਾਨਕ ਤੇ ਰੁਕਣਾ ਨਹੀਂ, ਬਲਕਿ ਨਾਨਕ ਕਿਆ ਵਿਚਾਰੇ, ਨਾਨਕ ਕੀ ਵਿਚਾਰ ਕਰ ਸਕਦਾ? ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਆਖਿਆ ਉਹੀ ਉਹ ਪਰਮਾਤਮਾ ਸਦਾ ਸੱਚ ਹੈ, ਜੋ ਸੱਚਾ ਸਾਹਿਬ ਹੈ, ਜਿਹਦੀ ਨਾਈ ਵਡਿਆਈ ਵੀ ਸੱਚੀ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੁਣ ਵੀ ਹੈਗਾ, ਅੱਗੋਂ ਵੀ ਹੋਵੇਗਾ। ਨਾ ਉਹ ਜਨਮ ਲੈਂਦਾ, ਨਾ ਉਹ ਕਦੇ ਜਾਂਦਾ ਹੈ, ਮਰਦਾ। ਰਚਨਾ ਜਿਨ ਰਚਾਈ, ਜਿਸ ਨੇ ਸਾਰੀ ਰਚਨਾ ਰਚਾਈ ਹੈ। ਤੇ ਕਿਵੇਂ ਰਚਾਈ ਹੈ? ਰੰਗੀ ਰੰਗੀ ਭਾਂਤੀ ਜਿਨਸੀ, ਮਾਇਆ ਜਿਨ ਉਪਾਈ। ਉਹਦੀ ਸਾਰੀ ਰਚਨਾ ਨੂੰ ਮਾਇਆ ਕਿਹਾ ਜਾਂਦਾ, ਪਰ ਉਸਨੇ ਇਹ ਮਾਇਆ ਵੱਖ-ਵੱਖ ਰੰਗਾਂ ਵਿੱਚ, ਵੱਖ-ਵੱਖ ਕਿਸਮਾਂ ਵਿੱਚ, ਵੱਖ-ਵੱਖ ਜਿਨਸਾਂ ਵਿੱਚ ਬਣਾਈ। ਰੰਗੀ ਰੰਗੀ ਭਾਂਤੀ ਜਿਨਸੀ, ਮਾਇਆ ਜਿਨ ਉਪਾਈ। ਜਿਨ ਦੇ ਨੰਨੇ ਨੂੰ ਸਿਆਰੀ ਹੈ, ਜਿਸ ਪਰਮਾਤਮਾ ਨੇ ਫਿਰ ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਉਹ ਪਰਮਾਤਮਾ ਕਰ ਕਰ ਦੇਖੈ, ਆਪਣੇ ਬਣਾਏ ਹੋਏ ਸੰਸਾਰ ਨੂੰ ਦੇਖਦਾ। ਇਹ ਨਹੀਂ ਕਿ ਬਣਾ ਬਣਾ ਕੇ ਸੁੱਟੀ ਜਾਂਦਾ, ਨਹੀਂ, ਸਭ ਉੱਤੇ ਨਜ਼ਰ ਰੱਖਦਾ, ਸਭ ਦੀ ਸੰਭਾਲ ਕਰਦਾ। ਜਿਵੇਂ ਬਾਣੀ 'ਚ ਲਿਖਿਆ, ਸਿੰਚਨ ਹਾਰੇ ਇੱਕ ਹੈ ਮਾਲੀ, ਖਬਰ ਕਰਤ ਹੈ ਪਾਤ ਪਥ ਡਾਲੀ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਇਹ ਉਸਦਾ ਵੱਡਾਪਨ ਹੈ ਕਿ ਆਪਣੇ ਬਣਾਏ ਸੰਸਾਰ ਦੀ ਸੰਭਾਲ ਵੀ ਕਰਦਾ। ਫਿਰ ਪਾਤਸ਼ਾਹ ਨੇ ਜੋ ਤਿਸ ਭਾਵੈ ਸੋਈ ਕਰਸੀ, ਜੋ ਉਹਨੂੰ ਚੰਗਾ ਲੱਗਦਾ ਉਹੀ ਕਰਦਾ। ਫਿਰ ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਭਾਵ ਉਹਦੇ ਤੇ ਕੋਈ ਹੁਕਮ ਕਰਨ ਵਾਲਾ ਨਹੀਂ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਆਖਿਆ ਉਹ ਪਾਤਸ਼ਾਹ ਹੈ। ਕਈ ਪ੍ਰੇਮੀਆਂ ਨੂੰ ਪਾਤਸ਼ਾਹੋ ਬੋਲਦੇ ਨੇ। ਨਹੀਂ ਭਾਈ, ਇਹ ਔਂਕੜ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਕਈ ਛੋਟੇ ਮੋਟੇ ਸ਼ਾਹਾਂ ਦਾ ਵੀ ਉਹ ਪਤ ਸਾਹਿਬ, ਭਾਵ ਉਹ ਸਭ ਤੋਂ ਸ਼੍ਰੋਮਣੀ ਹੈ, ਬਾਕੀ ਸਭ ਉਸ ਤੋਂ ਥੱਲੇ ਹਨ। ਨਾਨਕ ਰਹਿਣ ਰਜ਼ਾਈ, ਨਾਨਕ ਜੀ ਫਰਮਾਉਂਦੇ ਨੇ ਉਹਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ। ਤੋ ਇਹ ਆਸਾ ਰਾਗ ਦੇ ਅੰਦਰ ਪਹਿਲਾ ਸ਼ਬਦ ਹੈ, ਜਿਸ ਦੀਆਂ 22 ਪੰਕਤੀਆਂ ਨੇ। ਇਹਨੂੰ ਮਹਾਰਾਜ ਨੇ ਇੱਕੋ ਹੀ ਮੰਨਿਆ ਹੈ, ਭਾਵ ਇਸ ਵਿੱਚ ਕੋਈ ਐਸਾ ਵਿਸਰਾਮ ਨਹੀਂ, ਕੋਈ ਐਸਾ ਵੱਖਰਾ ਰੂਪ ਨਹੀਂ। ਇਹ ਇੱਕੋ ਹੀ ਸ਼ਬਦ ਹੈ ਔਰ ਇਸ ਦਾ ਨਾਮ ਸੋ ਦਰ ਹੈ, ਕਿਉਂਕਿ ਇਸ ਦਾ ਆਰੰਭ ਪਰਮਾਤਮਾ ਦੇ ਉਸ ਦਰ ਤੋਂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।